ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਾਬਕਾ ਐਮਐਲਏ ਸਰਦਾਰ ਨਾਜਰ ਸਿੰਘ ਜੀ ਮਾਨਸ਼ਈਆ ਜੁੜੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਇਆਂ ਕਹਿੰਦੇ ਆ। ਐਮਐਲਏ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪੰਜਾਬ ਵਿੱਚ ਕਰਪਸ਼ਨ ਦੀ ਗੱਲ ਕਰੀਏ ਤਾਂ ਲਗਾਤਾਰ ਕਰਪਸ਼ਨ ਵੱਧਦੀ ਹੈ। ਚਾਹੇ ਪੁਰਾਣੀਆਂ ਸਰਕਾਰਾਂ ਨੇ ਕਿਹਾ ਵੀ ਅਸੀਂ ਇਹਨੂੰ ਖਤਮ ਕਰਾਂਗੇ। ਪਹਿਲਾ ਸਵਾਲ ਇਹ ਲੈ ਲਈਏ ਵੀ ਕਰਪਸ਼ਨ ਹੈ ਕੀ ਹੈ, ਕਰਪਸ਼ਨ ਦੀ ਪਰਿਭਾਸ਼ਾ ਕੀ, ਡੈਫੀਨੇਸ਼ਨ ਕੀ ਹੈ? ਇਹਦੇ ਵਿੱਚ ਬੇਅੰਤ ਸਿੰਘ ਜੀ, ਮੈਂ ਇਸ ਚੀਜ਼ ਨੂੰ ਨਾ ਜੀ ਪਹਿਲਾਂ ਤਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਰਪਸ਼ਨ ਹੈ ਕੀ। ਜੀ ਜੀ, ਅਸੀਂ ਕਿਸੇ ਵੀ ਐਕਟ ਨੂੰ ਜਿਹੜਾ ਕੋਈ ਗੈਰ ਕਾਨੂੰਨੀ ਹੁੰਦਾ ਹੈ ਜੀ, ਉਹਨੂੰ ਆਪਾਂ ਜੇ ਉਹ ਗੈਰ ਕਾਨੂੰਨੀ ਕੰਮ ਹੋਇਆ ਤਾਂ ਕਰਨ ਵਾਲੇ ਤੇ ਕਰਾਉਣ ਵਾਲੇ ਤੇ ਆਪਾਂ ਕਰਪਸ਼ਨ ਦਾ ਦੋਸ਼ ਲਾਉਣੇ ਅਕਸਰ ਹੁੰਦਾ ਵੀ ਇਸ ਤਰ੍ਹਾਂ ਹੀ ਹੈ। ਜੀ ਜੀ ਜੀ, ਪਰ ਦੂਜੇ ਪਾਸੇ ਇਹ ਵੀ ਹੈ ਵੀ ਕੋਈ ਜ਼ਰੂਰੀ ਨਹੀਂ ਜੇ ਤੁਸੀਂ ਕਿਸੇ ਦੀ ਮਦਦ ਕੀਤੀ ਹੈ ਪਰ ਉਹਦੇ ਵਿੱਚ ਕੰਸੀਡਰੇਸ਼ਨ ਕੋਈ ਨਹੀਂ। ਜੀ ਬਿਲਕੁਲ, ਜੀ, ਕਿਸੇ ਤਰ੍ਹਾਂ ਦਾ ਲੈਣ ਦੇਣ ਨਹੀਂ ਹੈ। ਹਾਂਜੀ, ਤੇ ਉਹਨੂੰ ਆਪਾਂ ਸਿੱਧੇ ਲਫ਼ਜ਼ਾਂ 'ਚ ਕਈ ਵਾਰੀ ਕਰਪਸ਼ਨ ਨਹੀਂ ਕਹਿੰਦੇ, ਪਰ ਕਈ ਵਾਰੀ ਇਹ ਵੀ ਹੁੰਦਾ ਵੀ ਉਹ ਕੰਮ ਗੈਰ ਕਾਨੂੰਨੀ ਹੋਏ। ਹਾਂ ਬਿਲਕੁਲ, ਤੁਸੀਂ ਕਿਸੇ ਦਬਾਅ ਹੇਠਾਂ ਕੀਤਾ ਹੈ ਜੀ, ਤਾਂ ਪੈਸਾ ਬੇਸ਼ੱਕ ਉਹ 'ਚ ਕੋਈ ਲੈਣ ਦੇਣ ਨਹੀਂ, ਪਰ ਫਿਰ ਵੀ ਕਰਪਸ਼ਨ ਹੈ। ਕਰਪਸ਼ਨ ਹੈ, ਬਿਲਕੁਲ ਜੀ। ਤੀਜਾ ਇਹ ਵੀ ਹੈ ਵੀ ਤੁਸੀਂ ਕੋਈ ਟਾਈਮ 'ਤੇ ਆਉਣ ਜਾਣ ਹੈ। ਕਈ ਲੋਕ ਤੁਹਾਨੂੰ ਦਫ਼ਤਰਾਂ 'ਚ ਨਹੀਂ ਮਿਲਦੇ ਵੀ ਉਹ ਤਾਂ ਜੀ ਕੰਮ ਗਿਆ ਹੋਇਆ। ਜੀ, ਕਿਸ ਕੰਮ ਗਿਆ ਜੀ? ਉਹ ਆਦਾ ਬਿੱਲ ਭਰਾਉਣ ਗਿਆ ਹੈ ਜੀ। ਮਤਲਬ ਉਹ ਵੀ ਟਾਈਮ ਨੂੰ ਪਾਬੰਦ ਨਾ ਹੋਣਾ, ਉਹ ਵੀ ਆਪਾਂ ਕਰਪਸ਼ਨ ਹੀ ਕਹਿ ਸਕਦੇ ਹਾਂ। ਬਿਲਕੁਲ। ਇਸ ਕਰਕੇ ਜਿਹੜਾ ਕਰਪਸ਼ਨ ਹੈ ਨਾ, ਉਹ ਇਸ਼ੂਜ਼ ਵੀ ਇਹਦੇ ਵਿੱਚ ਇਨਵੋਲਵ ਨੇ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ। ਜੀ ਜੀ ਕੋਈ ਜੀ, ਇਹ ਤਾਂ ਹੈ ਨਹੀਂ ਵੀ ਜਿਹੜਾ ਕਰਪਟ ਹੈ ਬੰਦਾ ਉਹ ਇੱਕੋ ਜਿਹੀ ਕਰਪਟ ਹੁੰਦਾ। ਬਿਲਕੁਲ। ਕਈ ਬੰਦੇ ਠੀਕ ਹੈ ਵੀ ਕੋਈ ਸਿਫਾਰਿਸ਼ ਨਾਲ ਕੰਮ ਕਰਤਾ, ਕਿਸੇ ਦਾ ਪਹਿਲਾਂ ਕਰਤਾ, ਕਿਸੇ ਦਾ ਪਿੱਛੋਂ ਕਰਤਾ, ਉਹਦੀ ਕੰਸੀਡਰੇਸ਼ਨ ਕੋਈ ਨਹੀਂ, ਪਰ ਕਿਤੇ ਨਾ ਕਿਤੇ ਉਹ ਵੀ ਕਰਪਸ਼ਨ ਦੇ ਵਿੱਚ ਇਨਵੋਲਵ ਤਾਂ ਹੋ ਗਿਆ ਨਾ। ਉਹਨੇ ਚਾਹੇ ਟਾਈਮ ਦੀ ਕੀਤੀ, ਉਹਨੇ ਚਾਹੇ ਕਾਨੂੰਨ ਦੀ ਕੀਤੀ, ਚਾਹੇ ਪੈਸੇ ਦੀ ਕੀਤੀ। ਕਈ ਕੰਮ ਬਿਲਕੁਲ ਜਾਇਜ਼ ਕਰਦੇ ਨੇ ਪਰ ਉਹ ਕਹਿੰਦੇ ਜੀ ਪੈਸੇ ਤੋਂ ਬਿਨਾਂ ਕਰਨਾ ਕੋਈ ਨਹੀਂ, ਉਹ ਵੀ ਕਰਪਸ਼ਨ ਹੈ। ਕੋਈ ਕਰਪਸ਼ਨ ਜੇ ਉਹ ਕਹੇ ਮੈਂ ਤਾਂ ਠੀਕ ਕੰਮ ਕੀਤਾ ਹੈ, ਗਲਤੀ ਕੋਈ ਕੱਢੀ ਨਹੀਂ ਜਾ ਸਕਦੀ। ਜੀ ਜੀ, ਪਰ ਕਰਪਸ਼ਨ ਤਾਂ ਹੈਗੀ, ਉਹ 'ਚ ਪੈਸਾ ਉਹਨੇ ਲੈ ਕੇ ਫਿਰ ਕੀਤਾ। ਜੀ ਜੀ ਜੀ, ਤਾਂ ਇਸ ਕਰਕੇ ਕਰਪਸ਼ਨ ਨੂੰ ਡਿਫਾਈਨ ਕਰਨ ਵਾਸਤੇ ਸਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਵੀ ਕਿਹੜੇ ਕਿਹੜੇ ਕੰਮ ਨੇ, ਕਿਹਨੇ ਕਰਨੇ ਨੇ, ਕਦੋਂ ਕਰਨੇ ਨੇ। ਜੇ ਨਹੀਂ ਉਸ ਮੁਤਾਬਕ ਹੋ ਰਿਹਾ ਤਾਂ ਉਹ ਚਾਹੇ ਟਾਈਮ ਦੇ ਐਂਗਲ ਤੋਂ ਡਿਲੇ ਹੋਇਆ, ਚਾਹੇ ਉਹ ਕਾਨੂੰਨ ਦੀ ਉਲੰਘਣਾ ਹੋਈ ਹੈ, ਚਾਹੇ ਪੈਸੇ ਦਾ ਲੈਣ ਦੇਣ ਹੋਇਆ, ਤਾਂ ਉਹ ਸਾਰੀ ਕਰਪਸ਼ਨ 'ਚ ਹੀ ਗਿਣਿਆ ਜਾਂਦਾ ਹੈ। ਜੀ ਜੀ ਜੀ, ਪੰਜਾਬ ਵਿੱਚ ਲਗਾਤਾਰ ਭਾਵੇਂ ਪਹਿਲੀਆਂ ਸਰਕਾਰਾਂ ਸਨ ਤੇ ਇਹ ਵੀ ਗੱਲ ਕਹਿੰਦੇ ਨੇ ਵੀ ਪੰਜਾਬ ਦਾ ਖਜ਼ਾਨਾ ਪੀਪਾ ਬਣ ਗਿਆ। ਤੇ ਮਾਫ ਕਰਿਓ, ਜਿਵੇਂ ਪਹਿਲਾਂ ਜਦੋਂ ਕਹਿੰਦੇ ਵੀ ਖਜ਼ਾਨੇ ਦੀ ਗੱਲ ਹੁੰਦੀ ਤੇ ਮਨਪ੍ਰੀਤ ਬਾਦਲ ਦੀ ਫੋਟੋ ਲਾ ਦਿੰਦੇ ਵੀ ਇਹ ਤਾਂ ਪੀਪਾ ਹੈ, ਹਾਲੇ ਕੁਝ ਨਹੀਂ ਹੈਗਾ ਇਹਦੇ 'ਚ। ਹੁਣ ਆਉਣ ਵਾਲੇ ਸਰਕਾਰਾਂ 'ਚ ਪੀਪੇ ਦੀ ਗੱਲ ਆ ਰਹੀ ਹੈ। ਪਹਿਲਾਂ 7000 ਕਰੋੜ ਦਾ ਕਰਜ਼ਾ, ਫਿਰ ਹੁਣ 2000 ਕਰੋੜ ਦਾ ਕਰਜ਼ਾ ਹੋਰ ਲੈ ਲਿਆ ਗਿਆ। ਪੰਜਾਬ ਦੇ ਵਿੱਚ ਹਰ ਬੰਦਾ, ਚਾਹੇ ਤੁਸੀਂ ਹੋ ਚਾਹੇ ਮੈਂ ਆ, ਹਰ ਇੱਕ ਚੀਜ਼ 'ਤੇ ਅਸੀਂ ਟੈਕਸ ਦੇ ਰਹੇ ਹਾਂ। ਚਾਹ 'ਤੇ ਵੀ ਟੈਕਸ ਦੇ ਰਹੇ ਹਾਂ, ਰੋਟੀ ਖਾਂਦੇ ਹਾਂ ਤਾਂ ਟੈਕਸ ਦੇ ਰਹੇ ਹਾਂ, ਗੱਡੀ ਚਲਾਉਂਦੇ ਹਾਂ ਤਾਂ ਟੈਕਸ ਦੇ ਰਹੇ ਹਾਂ। ਫਿਰ ਵੀ ਅਸੀਂ ਖਜ਼ਾਨਾ ਖਤਮ ਤਾਂ ਨਹੀਂ ਨਾ ਕੀਤਾ। ਅਸੀਂ ਤਾਂ ਖਜ਼ਾਨਾ ਭਰਨ ਵਿੱਚ ਰੋਜ਼ ਸਰਕਾਰ ਦੀ ਮਦਦ ਕਰਦੇ ਹਾਂ। ਫਿਰ ਖਜ਼ਾਨਾ ਖਤਮ ਕਿਵੇਂ ਹੋ ਜਾਂਦਾ ਹੈ? ਸਾਡਾ ਖਜ਼ਾਨਾ ਜਿਹੜਾ ਟੈਕਸ ਆ ਉਹ ਕਿੱਥੇ ਜਾ ਰਿਹਾ? ਦੇਖੋ ਬੇਅੰਤ ਜੀ, ਜਦੋਂ ਇਸ ਤਰ੍ਹਾਂ ਹੁੰਦਾ ਨਾ ਜੀ, ਆਪਾਂ ਕੰਮ ਕਰਨ ਵਾਸਤੇ, ਸਰਕਾਰ ਚਲਾਉਣ ਵਾਸਤੇ, ਜਦੋਂ ਇੱਕ ਤਾਂ ਹੁੰਦੀ ਹੈ ਪਾਰਦਰਸ਼ਤਾ, ਉਹਦੇ ਮੁਤਾਬਕ ਆਪਾਂ ਕੰਮ ਕਰਦੇ ਹਾਂ। ਜੀ ਜੀ, ਤਾਂ ਲੋਕਾਂ ਨੂੰ ਆਪਣੇ ਆਪ ਪਤਾ ਲੱਗੀ ਜਾਂਦਾ ਵੀ ਸਾਡੀ ਸਰਕਾਰ ਕਿਵੇਂ ਕੰਮ ਕਰਦੀ ਹੈ। ਪਰ ਜਦੋਂ ਸਰਕਾਰ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਵੇ ਵੀ ਆਪਦੀ ਕੋਈ ਗਲੋਰੀਫਿਕੇਸ਼ਨ, ਜਿਵੇਂ ਸੋਸ਼ਲ ਮੀਡੀਆ 'ਤੇ ਬੱਲੇ ਬੱਲੇ ਕਰਾਈ ਜਾਓ, ਚਾਹੇ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ ਅਖਬਾਰਾਂ 'ਚ, ਜੀ ਜੀ, ਚਾਹੇ ਟੀਵੀ 'ਤੇ ਜਾਂ ਤੁਹਾਡੇ ਚੈਨਲਾਂ 'ਤੇ ਵੀ ਕੋਈ ਅਨਡਿਊ ਤਰੀਕੇ ਨਾਲ ਐਡਵਰਟਾਈਜ਼ਮੈਂਟ ਦਿੰਦਾ। ਕੁਛ ਤਾਂ ਐਡਵਰਟਾਈਜ਼ਮੈਂਟਸ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਜ਼ਰੂਰੀ ਨੇ ਸਰਕਾਰ ਲਈ ਦੇਣੀਆਂ। ਜਿਵੇਂ ਕੋਈ ਲੋਕਾਂ ਦੇ ਹਿੱਤ 'ਚ ਜਾਂ ਕੋਈ ਫੈਸਲਾ ਕਰਨਾ ਹੈ, ਦਫਾ 144 ਲਾਉਣੀ ਹੈ, ਜਾਂ ਉਹਨਾਂ ਨੂੰ ਕੋਈ ਟੈਂਡਰ ਨੋਟਿਸ ਦੇਣੇ ਨੇ, ਕਿਸੇ ਤਰ੍ਹਾਂ ਦੀ ਲੋਕਾਂ ਕੋਲ ਜਾਣਕਾਰੀ ਪਹੁੰਚਾਉਣੀ ਹੈ, ਉਸ ਤਰ੍ਹਾਂ ਦੀ ਹੁੰਦੀ ਹੈ। ਉਹ ਚੈਨਲਸ ਨੇ ਜਾਂ ਕੋਈ ਹੋਰ ਹੈ, ਸਰਕਾਰ ਤੋਂ ਵੀ ਪੇਮੈਂਟ ਬੇਸਿਸ 'ਤੇ ਕੰਮ ਕਰਦੇ ਨੇ ਜੀ। ਪਰ ਉਹਦੇ ਵਿੱਚ ਪਤਾ ਹੁੰਦਾ ਵੀ ਆਹ ਕੰਮ ਕਰਾਇਆ, ਇੰਨੇ ਪੈਸੇ ਦਿੱਤੇ ਨੇ ਜੀ। ਬਿਲਕੁਲ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਉਹ ਅਖਬਾਰ ਤੋਂ ਨਹੀਂ ਪਤਾ ਲੱਗਦਾ ਜਾਂ ਚੈਨਲ ਤੋਂ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਜੀ ਇਹਦੀ ਆਹ ਫੀਸ ਬਣਦੀ ਸੀ, ਆਹ ਦਿੱਤੀ ਹੈ ਜਾਂ ਨਹੀਂ ਦਿੱਤੀ, ਪਰ ਉਹਦੇ ਪਿੱਛੇ ਮਨਸ਼ਾ ਤੋਂ ਪਤਾ ਲੱਗ ਜਾਂਦਾ ਹੈ ਵੀ ਜਦੋਂ ਕਿਸੇ ਦੀ ਹੋਵੇ ਤਾਂ ਗਲਤੀ, ਪਰ ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਚਾਹੇ ਅਖਬਾਰਾਂ ਦੇ ਰਾਹੀਂ, ਚਾਹੇ ਐਡਵਰਟਾਈਜ਼ਮੈਂਟ ਕਰਕੇ ਆਪਦੇ ਬੈਨਰਾਂ ਦੇ ਰਾਹੀਂ, ਚਾਹੇ ਕੋਈ
ਚੈਨਲਾਂ ਦੇ ਰਾਹੀਂ, ਤਾਂ ਉਦੋਂ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਪੇਮੈਂਟ ਹੋਈ ਹੈ ਇਹਦੇ ਪਿੱਛੇ ਤਾਂ ਉਹ ਕਰਪਸ਼ਨ ਦਾ ਪੈਸਾ ਹੈ, ਜੀ। ਉਹਨੂੰ ਲਿਓਰ ਕਰਨ ਵਾਸਤੇ, ਖਰੀਦਣ ਵਾਸਤੇ ਦਿੱਤਾ ਗਿਆ ਜੀ। ਹੈ, ਤਾਂ ਉਹ ਵੀ ਤਾਂ ਇੱਕ ਕਿਸਮ ਦੀ ਕਰਪਸ਼ਨ ਹੈ। ਜੀ ਜੀ ਜਿਵੇਂ ਥਾਂ ਥਾਂ ਇੱਕ ਪਾਸੇ ਸਰਕਾਰ ਨੇ ਦੇਖੋ ਨਵੀਂ ਨੇ ਆ ਕੇ ਇਹ ਕੀਤਾ ਵੀ ਅਸੀਂ ਜਿਹੜਾ ਬਜਟ ਹੈ ਜੀ ਉਹ ਪੇਪਰਲੈਸ ਹੋਊਗਾ, ਜੀ। ਅਸੀਂ ਕਾਗਜ਼ੀ ਵਰਤੋਂ ਨਹੀਂ ਕਰਾਂਗੇ। ਚਲੋ ਚੰਗਾ ਤਾਂ ਫੈਸਲਾ। ਉਹਦੇ ਵਿੱਚ ਉਹਨਾਂ ਨੇ ਫੈਸਲਾ ਵਧੀਆ ਸੀ ਵੀ 22 ਲੱਖ ਰੁਪਇਆ ਉਹ ਕਲੇਮ ਕਰਦੇ ਬਚਾਇਆ, ਪਰ ਉਦੋਂ ਵੱਧ ਕਿਤੇ ਇਸ਼ਤਿਹਾਰ ਦਿੱਤੇ ਇਹ ਸ਼ੋਅ ਕਰਨ ਵਾਸਤੇ ਲੋਕਾਂ ਨੂੰ ਪੇਪਰਲੈਸ ਬਜਟ ਲਿਆਂਦਾ ਜਾਂ ਕੋਈ ਹੋਰ ਹੈ, ਫਿਰ ਉਹ 22 ਲੱਖ ਬਚਾਉਣ ਦਾ ਫਾਇਦਾ ਕੀ ਸੀ? ਇਹ ਵੀ ਕਰਪਸ਼ਨ ਹੈ। ਪੀਪਾ ਤਾਂ ਹੀ ਬਣਦਾ ਖਜ਼ਾਨਾ, ਐਵੇਂ ਨਹੀਂ ਬਣਦਾ। ਜੀ 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 ਜੇ ਦੇਖੋ ਇੱਕ ਮੰਤਰੀਆਂ ਨੇ ਜਾਂ ਮੁੱਖ ਮੰਤਰੀ ਨੇ ਸਹੁੰ ਚੱਕਣੀ ਹੈ, ਉਹ ਸਾਦੇ ਤਰੀਕੇ ਨਾਲ ਵੀ ਚੱਕੀ ਜਾ ਸਕਦੀ, ਜੋ ਆਪਾਂ ਨੂੰ ਪਤਾ ਵੀ ਸਾਡੇ ਹਾਲਾਤ ਇਸ ਤਰ੍ਹਾਂ ਦੇ ਨੇ। ਜੀ ਜੀ ਠੀਕ ਹੈ ਨਾ, ਪਰ ਜਦੋਂ ਉਹ ਖਜ਼ਾਨੇ ਚੋਂ ਪੈਸਾ ਬਹਾਇਆ ਜਾਂਦਾ ਹੈ ਆਪਦੀ ਗਲੋਰੀਫਿਕੇਸ਼ਨ ਵਾਸਤੇ, ਆਪਦੀ ਟੌਰ ਵਾਸਤੇ, ਤਾਂ ਉਹ ਵੀ ਕਰਪਸ਼ਨ ਹੈ। ਆਪਾਂ ਇਹ ਨਹੀਂ ਕਹਿ ਸਕਦੇ ਜੀ ਵੀ ਹਾਂ ਬੰਦਾ ਪੈਸੇ ਨਹੀਂ ਲੈਂਦਾ ਉਹੀ ਕਰਪਸ਼ਨ ਨਹੀਂ ਹੈ। ਜੀ ਜੀ ਉਹ ਵੀ ਕਰਪਸ਼ਨ ਹੈ। ਜੀ ਜੀ ਠੀਕ ਹੈ ਨਾ, ਕਿਸ ਤਰੀਕੇ ਨਾਲ ਜਿਵੇਂ ਹੋਰਡਿੰਗ ਲੱਗੇ ਨੇ ਪੰਜਾਬ ਦੇ ਵਿੱਚ ਹੁਣ ਬਜਟ ਦੇ ਰਿਗਾਰਡਿੰਗ, ਉਹ ਫਿਰ ਪੇਪਰਲੈਸ ਪਿੱਛੇ ਕੀ ਰਹਿ ਗਿਆ? ਬਿਲਕੁਲ ਬਿਲਕੁਲ। ਠੀਕ ਹੈ ਨਾ ਜੀ, ਕਿਤੇ 20 ਲੱਖ ਬਚਾਇਆ ਤੇ ਕਰੋੜਾਂ ਰੁਪਏ ਦਾ। ਬਿਲਕੁਲ ਬਿਲਕੁਲ। ਹੁਣ 467 ਕਰੋੜ ਰੁਪਇਆ, ਜੀ ਹੋ ਸਕਦਾ ਮੈਂ ਥੋੜਾ ਮੋਟਾ ਫਿਗਰ 'ਚ ਗਲਤ ਹੋਵਾਂ, ਉਹ ਰੱਖਿਆ ਪੰਜਾਬ ਸਰਕਾਰ ਨੇ ਕਣਕ ਦੀ ਜਗ੍ਹਾ ਤੇ ਆਟੇ ਦੀਆਂ ਥੈਲੀਆਂ ਦੇਣ ਲਈ। ਜੀ ਜੀ ਜਦੋਂ ਕਿ ਉਹਦੇ ਵਿੱਚ ਲੋਕ ਕਿਸੇ ਨੇ ਕੋਈ ਡਿਮਾਂਡ ਨਹੀਂ ਕੀਤੀ, ਲੋਕ ਸਮਾਜ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਨੇ। ਤੁਸੀਂ ਵੀ ਚੈਨਲਾਂ ਤੇ ਦੇਖਿਆ ਹੋਣਾ, ਅਖਬਾਰਾਂ 'ਚ ਦੇਖਿਆ ਹੋਣਾ ਖਬਰਾਂ, ਉਹ ਕਹਿੰਦੇ ਵੀ ਕਣਕ ਤਾਂ ਅਸੀਂ ਸਾਫ਼ ਸੂਫ ਵੀ ਕਰ ਲੈਂਦੇ ਹਾਂ ਜੇ ਖਰਾਬ ਹੋਵੇ, ਜੇ ਕੋਈ ਵਿੱਚ ਮਾੜੀ ਮੋਟੀ ਗਲੀ ਸੜੀ ਹੋਵੇ ਕੱਢ ਵੀ ਦਿੰਦੇ ਆ, ਬਾਕੀ ਦਾ ਅਸੀਂ ਆਟਾ ਬਣਾ ਲੈਂਦੇ ਆ। ਪਰ ਜੇ ਆਟਾ ਹੀ ਖਰਾਬ ਆ ਗਿਆ ਤਾਂ ਫਿਰ ਅਸੀਂ ਕਿਹਦੇ ਕੋਲ ਜਾਵਾਂਗੇ? ਲੋਕ ਖਾ ਕੇ ਬਿਮਾਰ ਹੋ ਗਏ ਤਾਂ ਕਿਹਦੀ ਜ਼ਿੰਮੇਵਾਰੀ ਫਿਕਸ ਕਰਾਂਗੇ? ਕਿਉਂਕਿ ਕਾਰਨ ਇਹ ਹੈ ਵੀ ਆਟਾ ਜਿਹੜਾ ਪਿਹਾਉਣਾ ਹੈ, ਜੀ ਜੀ, ਜੇ ਉਹ ਪਿਹਾਇਆ ਹੀ ਜਾਣੀ ਵੱਡੀਆਂ ਮਿੱਲਾਂ ਤੋਂ ਜਾਣਾ ਹੈ, 1-2 ਤੋਂ, ਉਹ ਵੀ ਪੰਜਾਬ ਤੋਂ ਬਾਹਰੋਂ, ਤੇ ਨਾਲ ਜਿਹੜੀਆਂ ਥੈਲੀਆਂ ਦੇ ਵਿੱਚ ਪਾ ਕੇ ਦੇਣਾ ਹੈ ਉਹ ਥੈਲੀ ਦੀ ਕੀਮਤ ਵੀ ਐਡ ਹੋਣੀ ਹੈ। ਜੋ ਆਟਾ ਬਣ ਗਿਆ ਉਹਦੇ ਤੇ GST ਵੀ ਲੱਗਣਾ ਹੁਣ ਨਵੀਂ ਪਾਲਿਸੀ ਮੁਤਾਬਕ, ਤੇ ਉਹਦੇ ਉੱਤੇ ਜਿਹੜੀਆਂ ਫੋਟੋਆਂ ਲਵਾਈਆਂ ਹੈ ਨਵੀਂ ਸਰਕਾਰ ਨੇ, ਕਿਉਂਕਿ ਇਹ ਵੀ ਜਿਹੜੀ ਹੈਗੀ ਹੈ ਕਰਪਸ਼ਨ ਹੀ ਗਿਣੀ ਜਾਊਗੀ। ਉਹ 467 ਕਰੋੜ ਨਾਲ ਜਾਂ 500 ਕਰੋੜ ਰੁਪਏ ਲੱਗਦਾ ਹੈ, GST ਪਾ ਕੇ ਹੋਰ ਵੱਧ ਜਾਂਦਾ ਹੈ, ਤਾਂ ਉਹ ਜਾਣਾ ਕਿੱਥੋਂ ਹੈ? ਖਜ਼ਾਨੇ 'ਚ ਹੀ ਜਾਣਾ ਹੈ, ਤੇ ਖਜ਼ਾਨਾ ਫਿਰ ਪੀਪਾ ਹੀ ਬਣੂਗਾ, ਹੋਰ ਕੀ ਬਣੂਗਾ? ਤੇ ਪੀਪਾ ਪਹਿਲੀ ਸਰਕਾਰ ਨੇ ਬਣਾਇਆ, ਹੁਣ ਵਾਲੀ ਨੇ ਬਣਾਇਆ। ਜੇ ਇੱਕ ਸਰਕਾਰ ਨੂੰ ਇਹ ਪਤਾ ਹੈ, ਮੰਨ ਲਓ ਇੱਕ ਪਾਰਟੀ ਨੂੰ ਪਤਾ ਹੈ, ਜਿਵੇਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਵੀ ਆ ਫੋਟੋਆਂ ਚਾਹੇ ਉੱਤੇ ਐਂਬੂਲੈਂਸ ਤੇ ਸੀ, ਚਾਹੇ ਇਸ ਤੇ ਥੈਲੀਆਂ ਤੇ ਲੱਗਿਆ ਕਰੋਨਾ ਵੇਲੇ ਜਾਂ ਕੋਈ ਹੋਰ ਹੈ, ਤਾਂ ਕੁਦਰਤੀ ਉਹਦੀ ਨੁਕਤਾਚੀਨੀ ਕੀਤੀ ਗਈ। ਪਰ ਜੋ ਤੁਹਾਡੇ ਕੋਲੇ ਰਾਜ ਭਾਗ ਗਿਆ, ਫਿਰ ਤੁਸੀਂ ਉਹੀ ਕੰਮ ਕਿਉਂ ਕਰਦੇ ਹੋ? ਤੁਸੀਂ ਤਾਂ ਖੁਦ ਉਹਦਾ ਵਿਰੋਧ ਕਰਦੇ ਸੀ ਤੇ ਹੁਣ ਤੁਸੀਂ ਆਪ ਹੀ ਕਰੀ ਜਾਂਦੇ ਹੋ। ਤਾਂ ਫਿਰ ਖਜ਼ਾਨਾ ਪੀਪਾ ਹੀ ਬਣੂਗਾ, ਉਹ ਚਾਹੇ ਸਰਕਾਰ ਇਹ ਹੋਵੇ ਜੋ ਪਿਛਲੀ ਹੋਵੇ, ਚਾਹੇ ਉਦੋਂ ਪਿਛਲੀ ਹੋਵੇ। ਤੇ ਇਸ ਤਰੀਕੇ ਨਾਲ ਖਜ਼ਾਨਾ ਪੀਪਾ ਬਣਿਆ, ਹੋਰ ਕੋਈ ਕਾਰਨ ਨਹੀਂ ਹੈਗਾ। ਉਹਨਾਂ ਦੀ ਮਨਸ਼ਾ ਨਾਲ, ਕਰਪਟ ਜਿਹੜੇ ਇਰਾਦੇ ਸੀਗੇ ਉਹਦੇ ਨਾਲ ਬਣਿਆ ਹੈ। ਜੀ, ਆਮ ਬੰਦਾ ਕਰਪਸ਼ਨ ਕਰੇ ਤੇ ਵੱਡਾ ਸਾਰਾ ਘੇਰਾਬੰਦੀ ਪੁਲਿਸ ਕਰਕੇ ਉਹਨੂੰ ਫੜਦੀ ਹੈ। ਵੱਡੇ ਬੰਦੇ ਕਰਪਸ਼ਨ ਕਰਦੇ ਨੇ, ਸਰਕਾਰਾਂ ਵੀ ਉਦੋਂ ਤੱਕ ਪਹੁੰਚ ਨਹੀਂ ਕਰਦੀਆਂ। ਹਾਂ, ਪੋਲੀਟੀਕਲ ਤੌਰ ਤੇ ਕੋਈ ਰੰਜਿਸ਼ ਹੋਵੇ ਤੇ ਇੱਕ ਸਰਕਾਰ ਆਉਂਦੀ ਦੂਜੀ ਸਰਕਾਰ ਉੱਤੇ ਕਬਜ਼ਾ ਕਰ ਲੈਂਦੀ ਹੈ ਜਾਂ ਉਹਨੂੰ ਨਸ਼ਰ ਕਰ ਦਿੰਦੀ ਹੈ। ਪਰ ਬਹੁਤੀ ਵਾਰ ਐਂ ਵੇਖਿਆ ਜਾਂਦਾ ਹੈ ਕਿ ਜਿਹੜੇ ਬਿਜ਼ਨਸਮੈਨ ਨੇ ਜਾਂ ਵੱਡੇ ਅਫਸਰ ਨੇ ਲਗਾਤਾਰ ਕਰਪਸ਼ਨ ਕਰਦੇ ਨੇ, ਸਰਕਾਰ ਉਹਨਾਂ ਦੀ ਕਰਪਸ਼ਨਾਂ 'ਤੇ ਪਰਦੇ ਪਾਉਂਦੀ ਹੈ। ਤੇ ਫਿਰ ਇਹਦੇ ਵਿੱਚ ਕੀ ਸਮਝਿਆ ਜਾਵੇ, ਸਰਕਾਰ ਵੀ ਕਰਪਸ਼ਨ ਦੇ ਹਿੱਸੇਦਾਰ ਹੀ ਹੈ। ਜਿਵੇਂ ਆਪਣੇ ਕਾਨੂੰਨ ਨੂੰ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਵੀ ਕਾਨੂੰਨ ਇੱਕ ਮੱਕੜੀ ਦਾ ਉਹ ਜਾਲਾ ਹੈ ਜਿਹਦੇ ਵਿੱਚ ਛੋਟੀਆਂ ਮੱਛਰ, ਮੱਖੀਆਂ ਉਹ ਫਸ ਜਾਂਦੇ ਨੇ ਤੇ ਵੱਡੇ ਜਾਨਵਰ ਜਾਲੇ ਉਡਾ ਕੇ ਲੈ ਜਾਂਦੇ ਨੇ। ਉਸ ਤਰ੍ਹਾਂ ਹੀ ਸਾਡੇ ਸਿਸਟਮ ਦੇ ਵਿੱਚ ਇਹ ਜਿਹੜਾ ਡੈਮੋਕ੍ਰੈਟਿਕ ਸੈਟ ਬਣਾ ਲਿਆ, ਇਹਦੇ ਵਿੱਚ ਇਹ ਆਪਾਂ 4 ਥੰਮ ਆ ਡੈਮੋਕ੍ਰੇਸੀ ਦੇ, 4 ਜ਼ਿੰਮੇਵਾਰ ਆ ਜੀ। ਚਾਹੇ ਕਾਨੂੰਨ ਬਣਾਉਣ ਵਾਲੇ ਨੇ MLA MPs ਜੀ, ਚਾਹੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਐਗਜ਼ੈਕਟਿਵ ਸਾਡੀ ਕਾਰਜਕਾਰਨੀ ਜੀ ਜੀ, ਨੰਬਰ 3 ਤੇ ਚਾਹੇ ਸਾਡੀ ਉਹ ਕਾਨੂੰਨ ਜੇ ਗਲਤ ਇੰਪਲੀਮੈਂਟ ਹੋ ਰਿਹਾ ਹੈ ਜਾਂ ਲੋਕਾਂ ਦੀ ਕੋਈ ਤਕਲੀਫ ਦੂਰ ਨਹੀਂ ਹੋ ਰਹੀ, ਤਾਂ ਸਮਟਾਈਮਜ਼ ਉਹ ਕਾਨੂੰਨ ਦੀ ਪਰਿਭਾਸ਼ਾ ਕਰਾਉਣ ਵਾਸਤੇ, ਡਿਫਾਈਨ ਕਰਾਉਣ ਵਾਸਤੇ ਆਪਾਂ ਉਹ ਕੋਰਟਾਂ 'ਚ ਵੀ ਚਲੇ ਜਾਂਦੇ ਹਾਂ। ਜੁਡੀਸ਼ਰੀ ਵੀ ਸਾਡਾ ਥੰਮ ਹੈ। ਤੇ ਚੌਥਾ ਥੰਮ ਆਪਣਾ ਤੁਹਾਨੂੰ ਪਤਾ ਹੀ ਹੈ, ਪ੍ਰੈਸ ਹੈ ਜੀ ਜੀ। ਤੇ ਜੇ ਚਾਰਾਂ 'ਚ ਆਪਾਂ ਜਨਰਲਾਈਜ਼ ਕਹੀਏ ਤਾਂ ਹਰੇਕ ਬੰਦਾ ਕਹਿ ਦਿੰਦਾ ਵੀ ਸਾਰੇ ਕਰਪਟ ਨੇ ਜੀ ਜੀ ਜੀ। ਪਰ ਇਹ ਵੀ ਨਹੀਂ ਹੈ ਵੀ ਸਾਰੇ ਸਿਸਟਮ ਦੇ ਵਿੱਚ, ਚਾਹੇ ਤੁਹਾਡੀ ਪ੍ਰੈਸ ਹੈ, ਚਾਹੇ ਪੋਲੀਟੀਕਲ ਨੇ, ਚਾਹੇ ਆਫੀਸਰ ਨੇ, ਚਾਹੇ ਜੱਜ ਨੇ, ਵੀ ਸਾਰੇ ਹੀ ਕਰਪਟ ਨੇ। ਇਹ ਵੀ ਨਹੀਂ ਹੈ। ਪਰ ਕੇਸ ਟੂ ਕੇਸ ਜੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੇ ਕੇਸ ਤੁਹਾਡੇ ਸਾਹਮਣੇ ਆਉਣਗੇ ਜਿਹਦੇ ਵਿੱਚ ਤੁਸੀਂ
ਕਿਸੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੱਜ ਤੇ ਵੀ ਉਂਗਲੀ ਉਠਾ ਸਕਦੇ ਵੀ ਇਹ 'ਚ ਆਹ ਕੀ ਕੀਤਾ। ਬਿਲਕੁਲ ਜੀ। ਐਗਜ਼ੈਕਟਿਵ ਦੇ ਉਦੋਂ ਵੱਧ ਉਂਗਲੀਆਂ ਉੱਠਦੀਆਂ, ਪੋਲੀਟੀਕਲ ਬੰਦਿਆਂ ਦੇ ਸਭ ਤੋਂ ਵੱਧ ਉੱਠੀ ਜਾਂਦੀਆਂ, ਪ੍ਰੈਸ ਤੇ ਵੀ ਉੱਠੀ ਜਾਂਦੀਆਂ। ਜੀ ਜੀ। ਪਰ ਕੀ ਤੁਸੀਂ ਸਮਝਦੇ ਹੋ ਵੀ ਹਰੇਕ ਸਿਸਟਮ ਦੇ ਵਿੱਚ ਚਾਰੇ ਥੰਮਾਂ ਚਾਰ ਹੀ ਕਰਪਟ ਨੇ? ਜੀ ਜੀ। ਜੇ ਸਿਸਟਮ ਚੱਲ ਰਿਹਾ ਕੁਛ ਨਾ ਕੁਛ ਲੋਕ ਹੈਗੇ ਵੀ ਹੈ ਜੀ। ਜਿਨ੍ਹਾਂ ਕਰਕੇ ਸਿਸਟਮ ਪ੍ਰੋਪਰਲੀ ਚੱਲ ਰਿਹਾ ਹੈ। ਜੀ ਜੀ ਜੀ। ਮੇਰੇ ਕੋਲ ਇਸ ਤਰ੍ਹਾਂ ਦੇ ਕੇਸ ਹੈਗੇ ਜਿੱਥੇ ਮੈਂ ਡਿਪਾਰਟਮੈਂਟ ਜੌਬ ਕਰਦਾ ਸੀ ਜਾਂ ਮੇਰੇ ਧਿਆਨ 'ਚ ਆਏ ਹੈ ਜਿੱਥੇ ਈਵਨ ਜੁਡੀਸ਼ਰੀ ਨੇ ਵੀ ਬਹੁਤ ਜਾਣੀ ਇਹ ਪ੍ਰੂਵ ਕਰਤਾ ਹੈ ਵੀ ਹਾਂ ਵੀ ਦੇ ਆਰ ਕਰਪਟ। ਦੂਜੇ ਪਾਸੇ ਜਦੋਂ ਜੁਡੀਸ਼ਰੀ ਕਰਪਟ ਹੁੰਦੀ ਹੈ ਤਾਂ ਨੈਚੁਰਲੀ ਥੱਲੇ ਤਾਂ ਕਰਪਸ਼ਨ ਹੋਈ ਹੁੰਦੀ ਹੈ ਨਾ, ਉਹ ਚਾਹੇ ਲਾਸਟ ਤੇ ਨੇ। ਜੀ ਜੀ ਜੀ। ਉੱਥੇ ਕਰਪਸ਼ਨ ਇਹਦਾ ਮਤਲਬ ਪਹੁੰਚ ਤਾਂ ਗਈ ਨਾ। ਕਈ ਕੇਸਾਂ 'ਚ ਆਪਾਂ ਇਹ ਸੋਚਦੇ ਹਾਂ ਵੀ ਛੋਟਾ ਬੰਦਾ ਕੋਈ ਕੁਤਾਹੀ ਕਰੇ ਨਾ ਵੀ ਸ਼ਾਇਦ ਇਹ ਰਲ ਗਿਆ ਹੋਣਾ ਹੈ ਜਾਂ ਇਹਨੇ ਕਰਪਸ਼ਨ ਕੀਤੀ ਹੋਣੀ ਹੈ, ਪਰ ਜੇ ਉੱਪਰ ਮਸਲਾ ਧਿਆਨ 'ਚ ਲਿਆਵੇ ਉਹ ਤਾਂ ਤੁਹਾਨੂੰ ਪਤਾ ਲੱਗਦਾ ਫਿਰ ਵੀ ਉੱਪਰ ਤੱਕ ਉਦੋਂ ਉੱਪਰ ਤੱਕ ਸਾਰੇ ਝੁਕਦੇ ਜਾਂਦੇ ਨੇ ਜਾਂ ਕਰਪਟ ਹੁੰਦੇ ਜਾਂਦੇ ਨੇ। ਜੀ ਜੀ ਜੀ। ਉੱਥੇ ਫਿਰ ਤੁਸੀਂ ਕੀ ਕਹੋਗੇ? ਕਿਸੇ ਇਕੱਲੇ ਬੰਦੇ ਨੂੰ ਤਾਂ ਕਹਿ ਨਹੀਂ ਸਕਦੇ। ਜੀ ਜੀ। ਹੁਣ ਆਪਣੇ ਜਿੰਨੇ ਆਫੀਸਰ ਕਰਪਸ਼ਨ ਦੇ ਵਿੱਚ ਫੜੇ ਜਾਂਦੇ ਨੇ ਜੀ, ਕੁਛ ਤਾਂ ਠੀਕ ਹੈ ਵੀ ਕਿਸੇ ਦੇ ਲੈਣ ਦੇਣ 'ਚ ਸਿੱਧੇ ਫੜੇ ਗਏ, ਉਹਨਾਂ ਕੇਸਾਂ 'ਚ ਵੀ 100% ਦੀ ਬਜਾਏ ਜੇ ਫੜੇ ਗਏ ਹੈ ਸਭ ਕੋਲ ਸਬੂਤ ਹੈਗੇ ਆ ਤਾਂ ਫਿਰ 100% ਅੰਦਰ ਕਿਉਂ ਨਹੀਂ ਜਾਂਦੇ? ਜੀ ਜੀ। ਉਹ 'ਚੋਂ ਸਕਸੈਸ ਰੇਟ ਹੈ ਜਿਹੜਾ ਕਨਵਿਕਸ਼ਨ ਹੁੰਦੀ ਹੈ ਉਹ 5% ਲੋਕਾਂ ਨੂੰ ਹੁੰਦੀ ਹੈ, 95% ਛੁੱਟ ਜਾਂਦੇ ਨੇ। ਤਾਂ ਫਿਰ ਉੱਥੇ ਕੌਣ ਜ਼ਿੰਮੇਵਾਰ ਹੈ? ਜੀ ਜੀ। ਉਹਨੇ ਸਭ ਨੂੰ ਪਤਾ ਹੈ ਵੀ ਉਹਨੇ ਪੈਸੇ ਦਿੱਤੇ ਸੀ, ਉਹਨੇ ਲਏ ਸੀ, ਫਿਰ ਵੀ ਕਿਉਂ ਹੋ ਜਾਂਦਾ? ਉਹ ਜਿਸ ਬੰਦੇ ਨੇ ਡਿਸਾਈਡ ਕਰਨਾ ਉਹਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਇਹ ਮੈਨੇਜਡ ਸ਼ੋਅ ਹੈ। ਉਹ ਫਿਰ ਕਿਉਂ ਉੱਥੇ ਆਪ ਵੀ ਅੱਖਾਂ ਮੀਚ ਲੈਂਦੇ ਨੇ? ਜੇ ਥੱਲੇ ਤੋਂ ਲੈ ਕੇ ਉੱਪਰ ਤੱਕ ਜੋ ਅੱਖਾਂ ਮੀਚ ਲੈਂਦੇ ਨੇ ਫਿਰ ਆਮ ਬੰਦਾ ਕਿੱਥੇ ਜਾਵੇ? ਗੱਲ ਤਾਂ ਇੱਥੇ ਆ ਜਾਂਦੀ ਹੈ। ਇਹ ਕਰਪਸ਼ਨ ਖਤਮ ਕਿਵੇਂ ਕੀਤੀ ਜਾ ਸਕਦੀ ਹੈ? ਕਰਪਸ਼ਨ ਕਹੀ ਕਰਪਟ ਸਿਸਟਮ ਕਹਿ ਰਹੇ ਵੀ ਸਿਸਟਮ ਕਰਪਟ ਹੋ ਗਿਆ, ਮੰਤਰੀ ਭ੍ਰਿਸ਼ਟ ਹੋ ਗਏ, ਅਫਸਰ ਭ੍ਰਿਸ਼ਟ ਹੋ ਗਏ, ਹਰ ਬੰਦਾ ਹੁਣ ਕਹਿੰਦਾ ਵੀ ਇੱਥੇ ਸਭ ਕੁਝ ਜਿੱਦਾਂ ਹੁਣ ਆਪਾਂ ਟਾਈਮ ਦੀ ਵੀ ਗੱਲ ਕੀਤੀ ਵੀ ਕਰਪਸ਼ਨ ਜ਼ਰੂਰੀ ਨਹੀਂ ਇਕੱਲੇ ਪੈਸੇ ਦੀ ਆ, ਹਰ ਇੱਕ ਚੀਜ਼ ਆ। ਮੰਨ ਲਓ ਮੈਨੂੰ ਕੋਈ ਜ਼ਿੰਮੇਵਾਰੀ ਮਿਲੀ ਹੈ, ਮੈਂ ਉਸ ਜ਼ਿੰਮੇਵਾਰੀ ਤੋਂ ਭੱਜਾਂ ਤੇ ਉਹ ਵੀ ਕਰਪਸ਼ਨ ਆ। ਬਿਲਕੁਲ। ਜੇ ਕੋਈ ਡਾਕਟਰ ਆਪਣੀ ਡਿਊਟੀ ਦੇ ਟਾਈਮ ਨਹੀਂ ਜਾਂਦਾ ਉਹ ਵੀ ਕਰਪਸ਼ਨ ਆ। ਡਾਕਟਰ ਨੇ ਵੱਖਰਾ ਕਲੀਨਿਕ ਖੋਲ੍ਹਿਆ ਜ਼ਿਆਦਾ ਪੈਸੇ ਲੈ ਕੇ ਉਹ ਵੀ ਕਰਪਸ਼ਨ ਆ। ਪਰ ਇਸ ਕਰਪਸ਼ਨ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ, ਰਿਮੂਵ ਕਿਵੇਂ ਕਰੀਏ? ਇਹਦਾ ਕੋਈ ਹੱਲ ਸਰਕਾਰ ਲੱਭ ਸਕਦੀ ਹੈ ਕਿਉਂਕਿ ਤੁਸੀਂ ਵੀ ਸਰਕਾਰ ਦਾ ਹਿੱਸਾ ਹੋ। ਦੇਖੋ ਇਸ ਤਰ੍ਹਾਂ ਹੈ ਬੇਅੰਤ ਸਿੰਘ ਜੀ, ਪਹਿਲਾਂ ਤਾਂ ਆਪਾਂ ਇੱਕ ਦੋ ਕੇਸ ਡਿਸਕਸ ਕਰ ਲਈਏ ਜਿਹੜੇ ਹੁਣ ਚਰਚਾ 'ਚ ਨੇ। ਜੀ। ਜਿਵੇਂ ਪਹਿਲਾਂ ਮਾਰਕੀਟਿੰਗ ਬੋਰਡ ਦੇ ਇੱਕ ਅਫਸਰ ਹੁੰਦੇ ਸੀਗੇ ਜੀ, ਇੰਜੀਨੀਅਰ ਸੀਗੇ SP ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ। ਉਹਨਾਂ ਨੂੰ ਪਿਛਲੀ ਸਰਕਾਰ ਨੇ ਫੜਿਆ ਸੀ, ਉਹ ਮੇਰੇ ਖਿਆਲ 'ਚ ਹਜੇ ਤੱਕ ਜ਼ਮਾਨਤ ਹੀ ਬਾਹਰ ਨਹੀਂ ਆਏ। ਜੀ ਜੀ। ਉਹਨਾਂ 'ਤੇ ਇਹ ਚਰਚਾ ਹੁੰਦੀ ਸੀ ਕਿ ਉਹ ਇੱਕ ਡਿਪਾਰਟਮੈਂਟ ਦੇ ਵਿੱਚ ਪ੍ਰਮੋਸ਼ਨਾਂ ਵੀ ਫਾਸਟ ਲੈ ਗਏ ਜੀ, ਤੇ ਦੂਜੇ ਪਾਸੇ ਉਹ ਦੂਜੇ ਡਿਪਾਰਟਮੈਂਟ 'ਚ ਡੈਪੂਟੇਸ਼ਨ ਕਰਾ ਲਿਆ, ਨਾਲ ਉੱਧਰ ਵੀ ਚੱਲੀ ਗਏ, ਐਡੀਸ਼ਨਲ ਇੰਚਾਰਜ ਚੱਲੀ ਗਏ। ਆਪਾਂ ਉਹਨਾਂ 'ਤੇ ਦੋਸ਼ ਤਾਂ ਲਾ ਦਿੰਦੇ ਹਾਂ ਜੀ, ਪਰ ਕੀ ਕਦੇ ਕਿਸੇ ਨੇ ਸੋਚਿਆ ਵੀ ਜਦੋਂ ਉਹ ਆਪਦੀ ਪ੍ਰਮੋਸ਼ਨ ਕਰਦਾ ਸੀ ਜਾਂ ਆਰਡਰ ਕਰਦਾ ਸੀ ਟਰਾਂਸਫਰ ਦੇ ਜਾਂ ਦੂਜੇ ਡਿਪਾਰਟਮੈਂਟ 'ਚ ਐਡੀਸ਼ਨਲ ਚਾਰਜ ਲੈਂਦਾ ਸੀ, ਕਿ ਉਹ ਆਪਦੇ ਆਰਡਰ ਆਪ ਟਾਈਪ ਕਰਕੇ ਸਾਈਨ ਕਰ ਲੈਂਦਾ ਸੀ? ਜੀ ਜੀ ਜੀ। ਆਫਟਰ ਆਲ ਉਹਦੇ ਆਰਡਰ ਕੋਈ ਬਿਊਰੋਕਰੇਟ ਫਾਈਨਲ ਕਰਦਾ ਹੋਊਗਾ ਵੀ ਇੱਥੇ ਲਾਉਣਾ। ਬਿਲਕੁਲ। ਕਿਸੇ ਮੰਤਰੀ ਤੋਂ ਅਪਰੂਵਲ ਲੈਂਦਾ ਹੋਊ ਲਾਉਣਾ ਹੈ, ਤੇ ਫਿਰ ਕੀ ਗੱਲ ਉਹ ਜਿਹੜੇ ਬਿਊਰੋਕਰੇਟਸ ਨੇ ਜਿਨ੍ਹਾਂ ਨੇ ਉਹਦੇ ਆਰਡਰ ਕੀਤੇ ਜਾਂ ਉਹਦੀ ਫਾਈਲ ਡੀਲ ਕੀਤੀ ਉਹਨਾਂ ਨੂੰ ਆਪਾਂ ਛੱਡ ਦਈਏ ਤੇ ਉਹਨੂੰ ਅੰਦਰ ਕਰ ਦਈਏ? ਜੀ ਬਿਲਕੁਲ। ਜਿਸ ਮੰਤਰੀ ਨੇ ਜਿਸ ਪੋਲੀਟੀਕਲ ਬੰਦੇ ਨੇ ਉਹਦੇ ਤੇ ਅਪਰੂਵ ਕੀਤਾ, ਉਹਦਾ ਕੇਸ ਮਨਜ਼ੂਰੀ ਦਿੱਤੀ ਵੀ ਹਾਂ ਜੀ ਐਂ ਕਰ ਦਿਓ, ਕੀ ਗੱਲ ਉਹਨੂੰ ਛੱਡ ਦਈਏ? ਤਾਂ ਫਿਰ ਕੌਣ ਨੇ ਉਹ ਬੰਦੇ ਬਿਊਰੋਕਰੇਟ ਤੇ ਜਿਹੜੇ ਪੋਲੀਟੀਕਲ ਬੰਦੇ ਜਿਨ੍ਹਾਂ ਨੇ ਇਹ ਮਨਜ਼ੂਰੀਆਂ ਦਿੱਤੀਆਂ, ਤੇ ਫਿਰ ਉਹਨਾਂ ਨੂੰ ਹੱਥ ਕਿਉਂ ਨਹੀਂ ਪੈਂਦਾ? ਬਿਲਕੁਲ। ਉੱਥੇ ਜੇ ਜਿਹਨੇ ਵੀ ਹੱਥ ਪਾਉਣਾ ਹੈ, ਚਾਹੇ ਪ੍ਰੈਜ਼ੈਂਟ ਸਰਕਾਰ ਨੇ ਪਾਉਣਾ, ਚਾਹੇ ਪਿਛਲੀ ਸਰਕਾਰ ਨੇ ਪਾਉਣਾ ਸੀ, ਚਾਹੇ ਸਾਡੀ ਪੁਲਿਸ ਹੈ, ਚਾਹੇ ਜੁਡੀਸ਼ਰੀ ਹੈ, ਤਾਂ ਫਿਰ ਕੀ ਇਹ ਕਰਪਸ਼ਨ ਨਹੀਂ ਹੈ? ਬਿਲਕੁਲ। ਕਿਸੇ ਕੰਮ ਲਈ ਜਿਨ੍ਹਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਨਿਭਾਉਣਾ ਨਹੀਂ ਨਿਭਾ ਰਹੇ ਉਹ, ਤੇ ਫਿਰ ਉਹ ਕਰਪਸ਼ਨ ਨਹੀਂ ਹੈ? ਬਿਲਕੁਲ। ਦੂਜੇ ਪਾਸੇ ਆਪਣੇ ਗੁਰਿੰਦਰ ਸਿੰਘ ਭਾਪਾ ਜੀ, ਜਿਨ੍ਹਾਂ ਨੂੰ ਅਕਸਰ ਲੋਕ ਜਾਣਦੇ ਨੇ ਜੀ, ਬੜੀ ਚਰਚਾ ਅੱਜ ਕੱਲ੍ਹ ਵੀ ਉਹਨੇ ਜੀ 1000 ਕਰੋੜ ਰੁਪਏ ਦੀ ਕਰਪਸ਼ਨ ਕੀਤੀ। ਬੇਅੰਤ ਸਿੰਘ ਜੀ, ਉਹ 100 ਰੁਪਏ ਦੀ ਕਰਪਸ਼ਨ ਹੈ, 1000 ਦੀ ਹੈ, 1 ਕਰੋੜ ਦੀ ਹੈ, 5 ਕਰੋੜ ਦੀ ਹੈ, 10 ਕਰੋੜ ਦੀ ਹੈ? ਯਾਰ 1000 ਕਰੋੜ ਰੁਪਏ ਦੀ ਕਰਪਸ਼ਨ ਜੇ ਕੀਤੀ ਹੈ, ਉਹਦੀ ਕਿਹਨੇ ਮਦਦ ਕੀਤੀ? ਕੌਣ ਸੀ ਜਿਹੜੇ ਉਹਨੂੰ ਟੈਂਡਰ ਅਲਾਟ ਕਰਦੇ ਸੀ? ਕੌਣ ਸੀ ਫਿਰ ਉਹਨੂੰ ਸੇਵ ਕਰਦੇ ਸੀ? ਪਰ ਸਰਕਾਰ ਨੇ ਤੇ ਫਿਰ ਮੈਨੂੰ ਇਹ ਦੱਸੋ, ਇਹ ਵੀ ਕਹਿ ਦਿੱਤਾ ਵੀ ਉਹ ਕਰਪਸ਼ਨ 1000 ਕਰੋੜ ਦੀ ਹੈ ਨਹੀਂ ਸੀ। ਜੇ ਨਹੀਂ ਹੈ ਤਾਂ ਇਹ ਕੀ ਕਰਪਸ਼ਨ ਨਹੀਂ ਹੈ ਇਹ ਕਹਿਣਾ? ਤੇ ਫਿਰ ਜਿਨ੍ਹਾਂ ਨੇ ਉਹਨੂੰ ਫੜਿਆ ਸੀ, ਜਿਨ੍ਹਾਂ ਨੇ ਐਲੀਗੇਸ਼ਨ ਲਾਏ, ਉਹਨਾਂ ਨੇ ਜੋ ਕੁਝ ਕੀਤਾ ਉਹਦੇ ਪਿੱਛੇ ਮਨਸ਼ਾ ਕੀ ਸੀ? ਉਹ ਕਰਪਟ ਨਹੀਂ ਸੀ ਉਹਨਾਂ ਦੀ ਥਿੰਕਿੰਗ? ਜੀ ਜੀ। ਤੇ ਫਿਰ ਉਹਨਾਂ ਨੂੰ ਫੜ ਲਓ, ਜਿਹੜੇ ਬਿਊਰੋਕਰੇਟਸ ਨੇ ਉਹਦੀਆਂ ਫਾਈਲਾਂ ਡੀਲ ਕੀਤੀਆਂ, ਜਿਹੜੇ ਮੰਤਰੀਆਂ ਨੇ ਪਰਮਿਸ਼ਨ ਦਿੱਤੀ, ਫੜੋ ਸਾਰਿਆਂ ਨੂੰ ਜੀ। ਤੇ ਇਕੱਲੇ ਭਾਪੇ ਨੂੰ ਤਾਂ ਫੜਿਆ ਹੋਇਆ, ਜਾਂ ਕੁਛ ਮੇਰੇ ਖਿਆਲ ਨਾਲ ਇੰਜੀਨੀਅਰ ਫੜ ਲਏ ਸੀ,
ਜਿਹੜੇ ਬਿਊਰੋਕਰੇਟਸ ਉਹਦੀ ਪਿੱਠ ਤੇ ਬੈਠੇ ਸੀ, ਸਵਾਰ ਹੋਏ, ਪੈਸੇ ਖਾਂਦੇ ਰਹੇ, ਉਹਨਾਂ ਨੂੰ ਕਿਸੇ ਨੇ ਹੱਥ ਪਾਇਆ? ਪੂਰਾ ਚੈਨ ਸਿਸਟਮ ਜਿਹੜੇ ਮੰਤਰੀ ਨੇ ਉਹਨੂੰ ਨੇੜੇ ਲਾਇਆ ਹੋਇਆ ਸੀ ਜਾਂ ਮਦਦ ਕਰਦੇ ਰਹੇ ਉਹਦੀ, ਉਹਨੂੰ ਕਿਸੇ ਨੇ ਹੱਥ ਪਾਇਆ? ਇਹ ਸਾਰੀ ਕਰਪਸ਼ਨ ਹੀ ਹੈ। ਜੀ ਜੀ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੀ, ਇਹਨਾਂ ਨੂੰ ਜਿੰਨਾ ਚਿਰ ਤੁਸੀਂ ਡਿਫਾਈਨ ਕਰਕੇ ਐਕਸ਼ਨ ਪ੍ਰੋਪਰ ਨਹੀਂ ਲੈਂਦੇ, ਇੱਕ ਲੇਮੈਨ ਨੂੰ ਹੀ ਪਤਾ ਹੈ, ਇਹ ਨਹੀਂ ਹੈ ਵੀ ਕੱਲੀ ਵਿਜੀਲੈਂਸ ਨੂੰ ਪਤਾ ਹੈ, ਇਨਫੋਰਸਮੈਂਟ ਏਜੰਸੀਆਂ ਨੂੰ ਪਤਾ ਹੈ, ਇੱਕ ਲੇਮੈਨ ਨੂੰ ਹੀ ਪਤਾ ਹੈ ਵੀ ਜੇ ਉਹਨੇ 1000 ਕਰੋੜ ਰੁਪਇਆ ਕਮਾਇਆ ਹੈ ਜਾਂ 1000 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ, ਕਿਹਦੇ ਨਾਲ ਰਲ ਕੇ ਕੀਤੀ ਹੈ, ਕਿੱਥੇ ਕੀਤੀ ਹੈ, ਕਿਵੇਂ ਕੀਤੀ ਹੈ, ਉਹ ਸਭ ਨੂੰ ਪਤਾ ਹੈ ਜੀ। ਉਹ ਸਰਕਾਰਾਂ ਜੇ ਅੱਖਾਂ ਮੀਚਦੀਆਂ ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਇਹਦਾ ਮਤਲਬ ਚਾਂਦੀ ਦਾ ਛੱਤਰ ਵੱਜ ਗਿਆ ਉਹਨਾਂ ਦੇ, ਤੇ ਚੁੱਪ ਹੋ ਗਏ। ਆਹੀ ਕੰਮ ਹੈ ਨਾ। ਜਾਂ ਇੱਕ ਦੂਜੇ ਨੂੰ ਠੀਕ ਹੈ ਵੀ ਮਾਸੀ ਦੇ ਪੁੱਤ ਆਪਸ 'ਚ ਭਰਾ, ਉਹੀ ਗੱਲ ਹੈ, ਇੱਕ ਦੂਜੇ ਮਾਸੀ ਦੇ ਪੁੱਤ ਬਣੇ ਹੋਏ ਨੇ, ਪੋਲੀਟੀਕਲ ਲੀਡਰ ਨੇ ਚਾਹੇ ਬਿਊਰੋਕਰੇਟਸ ਨੇ, ਤੇ ਫਿਰ ਕੁਦਰਤੀ ਤੌਰ ਤੇ ਆ ਉਹ ਇੱਕ ਦੂਜੇ ਨੂੰ ਦਬਾ ਲੈਂਦੇ ਨੇ, ਲਾਲਚ ਦੇ ਲੈਂਦੇ ਨੇ, ਹਿੱਸੇ ਪੱਤੀ ਪਾ ਲੈਂਦੇ ਨੇ। ਜੀ ਜੀ ਜੀ। ਇਸ ਕਰਕੇ ਇਹ ਚੀਜ਼ਾਂ ਜ਼ਰੂਰੀ ਨੇ। ਇਹਨਾਂ ਨੂੰ ਜਿਹੜਾ ਤੁਹਾਡਾ ਦੂਜਾ ਸਵਾਲ ਸੀ, ਕਿਵੇਂ ਖਤਮ ਹੋਵੇ? ਖਤਮ ਕਿਵੇਂ ਹੋਵੇ? ਜੀ ਜੀ। ਦੇਖੋ, ਦੋ ਚੀਜ਼ਾਂ ਹੈ। ਇੱਕ ਤਾਂ ਜਦੋਂ ਅਸੀਂ ਕਿਸੇ ਬੰਦੇ ਨੂੰ ਰਿਕਰੂਟ ਕਰਦੇ ਹਾਂ ਜਾਂ ਚੁਣਦੇ ਹਾਂ ਜਾਂ ਲਾਉਣੇ ਆ, ਉਹਦੀ ਅਸੀਂ ਕੋਈ ਮੈਰਿਟ ਉਦੋਂ ਦੇਖੀ। ਨੰਬਰ 2, ਅਸੀਂ ਸਿਸਟਮ ਦੇ ਵਿੱਚ ਇਹ ਤਾਂ ਐਕਸਪੈਕਟ ਕਰਦੇ ਹਾਂ, ਰੱਖਦੇ ਹਾਂ ਉਮੀਦ ਵੀ ਬਿਲਕੁਲ ਸਾਫ਼ ਸੁਥਰਾ ਚੱਲੇ, ਪਰ ਅਸੀਂ ਸਿਸਟਮ ਨੂੰ ਸਾਫ਼ ਸੁਥਰਾ ਬਣਾਇਆ ਹੈ। ਬਿਲਕੁਲ ਠੀਕ ਹੈ ਨਾ। ਦੇਖੋ, ਆਪਾਂ ਐਗਜ਼ਾਮਪਲਾਂ ਤਾਂ ਜਿਹੜੀਆਂ ਮਰਜ਼ੀ ਕੋਟ ਕਰ ਲਈਏ, ਪਰ ਇੱਕ ਚੀਜ਼ ਜਿਹੜੀ 1997 ਤੋਂ ਖਾਸ ਕਰਕੇ ਚੱਲੀ ਜੀ, ਅਕਾਲੀ ਦਲ ਬਾਦਲ ਦੀ ਸਰਕਾਰ ਸੀ ਜੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜੀ, ਤਾਂ ਉਹ ਸੰਗ ਦਰਸ਼ਨ ਕਰਦੇ ਸੀ ਜੀ। ਸੰਗ ਦਰਸ਼ਨ ਦੇ ਵਿੱਚ ਜਾ ਕੇ ਦੇਖੋ, ਦੋ ਚੀਜ਼ਾਂ ਹੁੰਦੀਆਂ ਹੈ ਕਿਸੇ ਚੀਜ਼ ਨੂੰ ਚੈੱਕ ਕਰਨ ਵਾਸਤੇ। ਜਾਂ ਤਾਂ ਕੋਈ ਬੰਦਾ ਕਹਿੰਦਾ ਮੇਰਾ ਕੰਮ ਨਹੀਂ ਹੋਇਆ ਜੀ, ਕੀ ਉਹਨੇ ਕਿਸੇ ਕੰਸਰਨਡ ਆਫੀਸਰ ਨੂੰ ਕੋਈ ਅਰਜੀ ਦਿੱਤੀ, ਪਰਚੀ ਦਿੱਤੀ, ਕੋਈ ਬੇਨਤੀ ਕੀਤੀ? ਇੱਕ ਤਾਂ ਉਹਨੂੰ ਚੈੱਕ ਕਰਨਾ ਹੁੰਦਾ ਵੀ ਅਰਜੀ ਪਰਚੀ ਦੇਤੀ ਸੀ ਤੇ ਕੰਮ ਜਾਇਜ਼ ਸੀ, ਕਿਉਂ ਨਹੀਂ ਹੋਇਆ, ਉਹਦੇ ਐਕਸ਼ਨ ਲਿਆ ਜਾਵੇ। ਬਿਲਕੁਲ। ਇੱਕ ਹੁੰਦਾ ਮੁੱਖ ਮੰਤਰੀ ਸਾਹਿਬ ਖੁਦ ਬੈਠੇ ਆ, ਇੱਕ ਬੰਦਾ ਆਉਂਦਾ ਉੱਠ ਕੇ, ਉਹ ਕਹਿੰਦਾ ਜੀ ਮੈਨੂੰ ਜੀ ਪਟਵਾਰੀ ਫਰਦ ਨਹੀਂ ਦਿੰਦਾ, ਉਹ ਮੈਂ ਗਿਆ ਵੀ ਸੀਗਾ, ਠੀਕ ਹੈ ਨਾ। ਕੋਈ ਉਹਨੇ ਉਹਦੇ ਉੱਪਰਲੇ ਅਫਸਰ ਨੂੰ ਕਿਹਾ, ਕਿਸੇ ਨੂੰ ਕਿਹਾ ਜੀ ਜੀ, ਕਿੱਥੇ ਜਾਣੀ ਮਤਲਬ ਛੋਟੇ ਛੋਟੇ ਕੰਮਾਂ ਵਾਸਤੇ ਮੁੱਖ ਮੰਤਰੀ ਸਿੱਧੇ ਆਰਡਰ ਕਰੇ। ਮੰਨ ਲਓ ਖੰਭਾ ਪੱਟਣਾ ਕਿਸੇ ਬਾਰ ਚੋਂ, ਉਹ ਉੱਥੇ ਕਹਿੰਦਾ ਜੀ ਮੇਰੇ ਬਾਰ 'ਚ ਖੰਭਾ ਹੈ, ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਜਿਹੜੇ ਲਾਈਨਮੈਨ ਦਾ ਕੰਮ ਹੈ, ਤੇ ਬੁਲਾ ਕੇ ਕਿਹਨੂੰ ਕਹਿੰਦੇ ਨੇ, ਹਾਂ ਜੀ ਫਲਾਣੇ ਮਹਿਕਮੇ ਦਾ ਚੀਫ ਇੰਜੀਨੀਅਰ ਆਇਆ, ਉਹ ਕਹਿੰਦਾ ਹਾਂ ਜੀ ਮੈਂ ਆਇਆ ਹਾਂ, ਇਹ ਫਿਰ ਖੰਭਾ ਪਟਾਓ ਜੀ, ਉਹ ਕਹਿੰਦਾ ਠੀਕ ਹੈ ਜੀ ਪਟਾ ਦਿਆਂਗੇ ਜੀ। ਨਾ ਪਟਾਉਣ ਵਾਲੇ ਨੂੰ ਪਤਾ ਵੀ ਜਾਇਜ਼ ਹੈ ਕਿ ਨਜਾਇਜ਼ ਹੈ, ਨਾ ਉੱਥੇ ਕਮਿਟਮੈਂਟ ਕਰਨ ਵਾਲੇ ਨੂੰ ਪਤਾ ਵੀ ਜਾਇਜ਼ ਹੈ ਕਿ ਨਜਾਇਜ਼ ਹੈ। ਨਾ ਜੋ ਇੱਕ ਮੁੱਖ ਮੰਤਰੀ ਤੇ ਚੀਫ ਇੰਜੀਨੀਅਰ ਰਲ ਕੇ ਉਹ ਕੰਮ ਕਰਨ ਲੱਗ ਜਾਣ ਜਿਹੜਾ ਇੱਕ ਲਾਈਨਮੈਨ ਦਾ ਕੰਮ ਹੈ, ਤਾਂ ਫਿਰ ਮੈਨੂੰ ਇੱਕ ਦੱਸੋ ਵੀ ਸਿਸਟਮ ਖਰਾਬ ਕਿਵੇਂ ਨਹੀਂ ਹੋਊਗਾ? ਬਿਲਕੁਲ। ਤੁਸੀਂ ਜਿਸ ਬੰਦੇ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਜੀ, ਉਹਨੂੰ ਜ਼ਿੰਮੇਵਾਰ ਸਮਝ ਰਹੇ ਹੋ, ਉਹ ਡਿਊਟੀ ਪਰਫਾਰਮ ਕਰ ਲਈ, ਇਹ ਜ਼ਿਆਦਾ ਜ਼ਰੂਰੀ ਹੈ। ਨੰਬਰ 2, ਇਮਾਨਦਾਰੀ ਦੀ ਉਮੀਦ ਤਾਂ ਰੱਖਦੇ ਹਾਂ ਅਸੀਂ ਸਾਰਿਆਂ ਤੋਂ। ਇਮਾਨਦਾਰੀ ਤੋਂ ਪਹਿਲਾਂ ਇੱਕ ਫੈਕਟਰ ਜ਼ਰੂਰੀ ਹੈ, ਟਰਾਂਸਪੇਰੈਂਸੀ, ਪਾਰਦਰਸ਼ਤਾ ਜੀ। ਕੀ ਸਿਸਟਮ 'ਚ ਪਾਰਦਰਸ਼ਤਾ ਦਿੱਤੀ ਹੋਈ ਹੈ? ਲਕੂਨੇ ਤਾਂ ਅਸੀਂ ਤਰ੍ਹਾਂ ਦੇ ਪਾਏ ਹੈ, ਉੱਥੇ ਫਿਰ ਉਹ ਲਕੂਨਿਆਂ ਨੂੰ ਮਹਿਸੂਸ ਕਰੀ ਜਾਂਦੇ ਨੇ। ਜਿਹੜੇ ਕਾਗਜ਼ ਦੀ ਲੋੜ ਵੀ ਨਹੀਂ ਹੁੰਦੀ, ਉਹ ਕਹਿੰਦੇ ਜੀ ਲਿਆਓ ਜੀ ਇਹ ਕਾਗਜ਼। ਬਿਲਕੁਲ। ਹੁਣ ਦੇਖੋ ਸਿਸਟਮ ਆਪਰੇਟ ਹੋ ਰਿਹਾ ਹੈ। ਪਹਿਲਾਂ ਕੀ ਸੀਗਾ ਵੀ ਜੇ ਕੋਈ ਬੰਦਾ ਕਿਸੇ ਦੀ ਜਾ ਕੇ ਗਵਾਹੀ ਦੇ ਦਿੰਦਾ ਜੀ ਇਹ ਫਲਾਨਾ ਬੰਦਾ, ਉਹਨੂੰ ਮੰਨ ਲਿਆ ਜਾਂਦਾ ਸੀ ਜੀ। ਉਦੋਂ ਬਾਅਦ ਅਸੀਂ ਇੰਟਰੋਡਿਊਸ ਕਰਤਾ ਆਇਡੈਂਟੀ ਕਾਰਡ ਜੀ, ਰਾਸ਼ਨ ਕਾਰਡ ਜੀ, ਆਧਾਰ ਕਾਰਡ ਜੀ, ਪੈਨ ਕਾਰਡ ਜੀ ਜੀ, ਡਰਾਈਵਿੰਗ ਲਾਇਸੈਂਸ ਦੇ ਦਿਓ ਜੀ, ਜੇ ਤੁਹਾਡੇ ਕੋਲ ਕੋਈ ਹੈਗਾ ਵੋਟਰ ਕਾਰਡ ਹੈਗਾ ਉਹ ਦੇ ਦਿਓ ਜੀ ਪ੍ਰੂਫ ਦੇ ਤੌਰ ਤੇ, ਉਹਨੂੰ ਮੰਨ ਲਿਆ ਜਾਂਦਾ ਸੀ ਜੀ। ਹੁਣ ਉਦੋਂ ਅੱਗੇ ਫਿਰ ਚਲੇ ਗਏ ਆਪਾਂ ਵੀ ਜੀ ਆਧਾਰ ਕਾਰਡ ਵੀ ਹੈਗਾ, ਸਾਰਾ ਕੁਝ ਵੀ ਹੈਗਾ ਜੀ। ਕੁਝ ਕੇਸਾਂ ਦੇ ਵਿੱਚ ਕੁਝ ਡਿਪਾਰਟਮੈਂਟ ਇਹ ਵੀ ਕਹਿ ਦਿੰਦੇ ਨੇ ਵੀ ਜਿਹੜੇ ਆਪਦੇ ਦਸਤਖਤ ਨੇ ਜੀ ਇਹ ਬੈਂਕ ਤੋਂ ਵੈਰੀਫਾਈ ਕਰਾ ਕੇ ਲਿਆਓ ਜਿੱਥੇ ਤੁਹਾਡਾ ਅਕਾਊਂਟ ਹੈ। ਬਿਲਕੁਲ। ਤੇ ਫਿਰ ਮੈਨੂੰ ਇਹ ਦੱਸੋ ਆਧਾਰ ਕਾਰਡਾਂ ਦੀ ਕੀ ਲੋੜ ਹੈ? ਹਾਂ ਬਿਲਕੁਲ। ਫਿਰ ਇੱਕੋ ਹੀ ਸਿਸਟਮ ਰੱਖਦੇ ਹੋ। ਆਨਲਾਈਨ ਆਪਾਂ ਸਿਸਟਮ ਬਣਾਤੇ, ਆ ਹੁਣ ਤਹਿਸੀਲਾਂ 'ਚ ਰਜਿਸਟਰੀਆਂ ਹੁੰਦੀਆਂ ਆਨਲਾਈਨ ਹੈ ਜੀ ਕਹਿੰਦੇ। ਆਨਲਾਈਨ ਦਾ ਮਕਸਦ ਤਾਂ ਇਹ ਹੁੰਦਾ ਵੀ ਜੇ ਬੰਦਾ ਇੱਕ ਅਮਰੀਕਾ 'ਚ ਹੀ ਬੈਠਾ ਨਾ, ਉੱਥੋਂ ਵੀ ਉਹ ਕਾਗਜ਼ ਭੇਜਣਾ ਚਾਹੁੰਦਾ ਉਹ ਭੇਜ ਦੇਵੇ ਜੀ। ਤੁਸੀਂ ਇੱਥੇ ਬੈਠੇ ਹੋ ਚੰਡੀਗੜ੍ਹ ਦੇ ਵਿੱਚ, ਤੁਸੀਂ ਰਜਿਸਟਰ ਕਰਾਉਣੀ ਹੈ ਬਠਿੰਡੇ ਆ ਉਹਦੀ ਪ੍ਰਾਪਰਟੀ, ਤੁਸੀਂ ਉਹਦੇ ਕਾਗਜ਼ ਇੱਥੋਂ ਸਕੈਨ ਕਰਕੇ ਤਹਿਸੀਲਦਾਰ ਨੂੰ ਭੇਜਤੇ, ਤਾਂ ਉੱਥੋਂ ਜਿਸ ਉਹ 'ਚ ਕਾਗਜ਼ ਦੀ ਕੋਈ ਕਮੀ ਪੇਸ਼ੀ ਹੈਗੀ ਹੈ ਤੁਹਾਨੂੰ ਆਨਲਾਈਨ ਹੀ ਵਾਪਸ ਦੱਸ ਦੇਵੇ। ਤੇ ਜੇ ਉਹ ਸਾਰਾ ਕੁਝ ਠੀਕ ਸਮਝਦਾ ਤਾਂ ਉਹ ਰਜਿਸਟਰ ਕਰਕੇ ਤੁਹਾਡੇ ਕੋਲ ਭੇਜਦੇ, ਫਿਰ ਤਾਂ ਆਨਲਾਈਨ ਹੈ। ਜੇ ਇਹ ਹੈ ਵੀ ਤੁਸੀਂ ਲਿਖਾਉਣੀ ਵੀ ਉਸ ਤਰ੍ਹਾਂ ਵਸੀਕਾ ਨਵੀਸ ਤੋਂ ਹੈ, ਉਸ ਟਾਈਮ ਲੈ ਕੇ ਤਹਿਸੀਲਦਾਰ ਤੋਂ ਤੁਹਾਨੂੰ ਆਨਲਾਈਨ ਦਾ ਟਾਈਮ ਕਾਗਜ਼ ਆਨਲਾਈਨ ਭੇਜਤੇ, ਪਰ ਤੁਹਾਨੂੰ ਟਾਈਮ ਦੇਊਗਾ ਵੀ ਕੱਲ੍ਹ ਨੂੰ ਇੰਨੇ ਵਜੇ ਆਇਓ, ਤੁਸੀਂ ਨੰਬਰਦਾਰ ਵੀ ਲੈ ਕੇ ਆਉਣਾ ਹੈ, ਤੁਸੀਂ ਸਾਰਾ ਤਰ੍ਹਾਂ ਦੇ ਸਭ ਉੱਥੇ ਫੋਟੋ ਵੀ ਖਿਚਾਉਣੀ ਹੈ, ਫਿਰ ਕਾਹਦੀ ਆਨਲਾਈਨ ਹੈ ਇਹ? ਤੇ ਸਰਕਾਰ ਨੂੰ ਫਿਰ ਇਹੋ ਜਿਹੇ ਕੰਮਾਂ 'ਚ ਟਰਾਂਸਪੇਰੈਂਸੀ ਲੈ ਕੇ ਆਉਣੀ ਚਾਹੀਦੀ ਹੈ, ਪਾਰਦਰਸ਼ਤਾ ਲੈ ਕੇ ਆਉਣੀ ਚਾਹੀਦੀ ਹੈ, ਤਾਂ ਕਰਪਸ਼ਨ ਖਤਮ ਹੋਊਗੀ। ਨਹੀਂ ਤਾਂ ਜਿਵੇਂ ਚੱਲ ਰਿਹਾ
ਇਹਦੇ ਵਿੱਚ ਵੱਧ ਚਾਹੇ ਜਾਵੇ, ਹੂੰ ਘਟਦੀ ਨਹੀਂ ਕਰਪਸ਼ਨ। ਜੀ ਜੀ ਡੇ ਬਾਈ ਡੇ ਤੁਸੀਂ ਕੰਪਲਿਕੇਟ ਕਰ ਰਹੇ ਹੋ ਸਿਸਟਮ ਨੂੰ, ਜੀ ਸਿੰਪਲ ਨਹੀਂ ਕਰ ਰਹੇ, ਜਿਹਦੇ ਕਰਕੇ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ ਜੀ। ਤੇ ਲੋਕ ਆਪਦਾ ਜਿਹਨੇ ਮਿਸਯੂਜ਼ ਕਰਨਾ ਹੁੰਦਾ ਉਹ ਤੁਹਾਡੇ ਸਿਸਟਮ ਨੂੰ ਕਰੀ ਜਾਂਦਾ ਹੈ। ਜਿਹੜਾ ਠੀਕ ਹੈ ਲਿਬਰਲ ਹੈ, ਕਈ ਵਾਰੀ ਉਹਦੀ ਲਿਬਰਲ ਹੋਣ 'ਚ ਹੀ ਫਸ ਜਾਂਦਾ ਵੀ ਤੁਸੀਂ ਆਹ ਕਾਗਜ਼ ਨਹੀਂ ਲਿਆ ਜੀ, ਉਹ ਨਹੀਂ ਲਿਆ, ਦੂਜੇ ਲੈਂਦੇ ਨੇ, ਫਿਰ ਕੀ ਕਰੋਗੇ ਤੁਸੀਂ? ਜੀ ਬਿਲਕੁਲ।